ਆਗੂਆਂ ਦੇ ਬਿਆਨ ਆਏ ਨੇ ਕਿ ਲਾਸ਼ਾਂ ਦੇ ਢੇਰਾਂ ਤੋਂ ਲੰਘ ਕੇ ਉੱਥੋਂ ਗੁਜ਼ਰਨਾ ਪਿਆ ਸੀ। ਸਿੱਖ ਕੌਮ 'ਤੇ ਇੱਕ ਬਹੁਤ ਵੱਡੀ ਟ੍ਰੈਜਡੀ ਵਾਪਰੀ ਹੈ ਜੋ 84 ਵਿੱਚ। ਉਹ ਇੱਕ ਸਾਜ਼ਿਸ਼ ਸੀਗੀ ਸੈਂਟਰਲ ਗੌਰਮੈਂਟ ਦੀ ਅਤੇ ਹਿੰਦੂਤਵ ਜਿਹੜੀਆਂ ਜਮਾਤਾਂ ਹੈ ਉਹਨਾਂ ਦੀ ਸਾਂਝੀ ਸਾਜ਼ਿਸ਼ ਸੀ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਸਾਡੇ ਗੁਰਧਾਮਾਂ ਉੱਤੇ ਹਮਲੇ ਕਰਨਾ। ਉਹਦੇ ਵਿੱਚ ਰੂਸ, ਬਰਤਾਨੀਆ ਅਤੇ ਇੰਡੀਆ ਦੀ ਤਿੰਨੇ ਫੌਜਾਂ ਨੇ ਸਾਡੇ ਗੁਰੂ ਧਾਮਾਂ ਉੱਤੇ ਇਹ ਹਮਲਾ ਕੀਤਾ ਫੌਜ ਨੂੰ ਨਾਲ ਲੈ ਕੇ। ਜੋ ਸ਼ਰਧਾਲੂ ਸੀਗੇ ਨਤਮਸਤਕ ਹੋਏ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦੇ ਗੁਰਪੁਰਬ 'ਤੇ, ਉਹ ਸਾਰੇ ਨੇ ਉੱਥੇ ਇਹਨਾਂ ਨੇ ਫੌਜ ਨੇ ਗੋਲੀਆਂ ਨਾਲ ਭੁੰਨ ਦਿੱਤੇ ਨੇ। ਬਹੁਤ ਕਤਲੇਆਮ, ਮਨੁੱਖਤਾ ਦਾ ਕਤਲੇਆਮ ਹੋਇਆ। ਅੱਜ ਤੱਕ ਸਾਨੂੰ ਉਹਦਾ ਕੋਈ ਇਨਸਾਫ ਨਹੀਂ ਦਿੱਤਾ ਗਿਆ, ਬਲਕਿ ਜਿਹੜੇ ਉਸ ਟਾਈਮ ਦੇ ਸਾਰੇ ਜਰਨੈਲ ਜੋ ਹੁਕਮਰਾਨ ਸੀਗੇ ਉਹ ਸਾਰੇ ਉਸ ਦਿਨਾਉਂਦੇ ਫਿਰਦੇ ਨੇ ਉਸੇ ਤਰ੍ਹਾਂ ਵੀ ਸਾਨੂੰ ਕੋਈ ਅੱਜ ਤੱਕ ਕਿਸੇ ਪਾਸੇ ਦਿੱਤਾ ਹੀ ਨਹੀਂ ਗਿਆ। ਇਹਦੀ ਰਿਹਰਸਲ ਕੀਤੀ ਗਈ ਹੈ ਇੱਧਰ ਰਿਸ਼ੀਕੇਸ਼ ਦੇ ਵਿੱਚ ਪਹਾੜਾਂ ਵਿੱਚ 6 ਮਹੀਨੇ 7 ਮਹੀਨੇ ਪਹਿਲਾਂ ਰਿਹਰਸਲ ਕੀਤੀ ਗਈ ਹੈ ਫੌਜ ਨੂੰ ਭੇਜ ਕੇ। ਉਹਦਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਪੂਰੀ ਰਿਹਰਸਲ ਕੀਤੀ ਹੈ। ਇਹਦਾ ਮਤਲਬ ਕੋਈ ਅਚਨਚੇਤ ਜਾਂ ਕੋਈ ਨਹੀਂ ਗੱਲ ਨਹੀਂ ਸੀ। ਇਹ ਸਾਨੂੰ ਟਾਰਗੇਟ ਕਰਕੇ ਸਿੱਖ ਕੌਮ ਨੂੰ, ਸਿੱਖ ਗੁਰਧਾਮਾਂ ਨੂੰ ਟਾਰਗੇਟ ਕਰਕੇ ਇਹ ਸਾਰਾ ਕੀਤਾ ਗਿਆ। ਸਾਡਾ ਕੋਈ ਆਪਣਾ ਸਟੇਟ ਨਹੀਂ ਹੈ, ਪਰ ਇੱਕ ਸਟੇਟਲੈਸ ਸਿੱਖ ਕੌਮ ਉੱਤੇ ਇੱਕ ਸਟੇਟ ਵੱਲੋਂ ਉਹ ਵੀ ਬਾਹਰਲੇ ਮੁਲਕਾਂ ਦੀਆਂ ਫੌਜਾਂ ਦੇ ਨਾਲ ਇਹ ਹਮਲਾ ਕਰ ਦੇਣਾ ਇਹ ਬਹੁਤ ਵੱਡਾ ਮਨੁੱਖਤਾ ਦਾ ਘਾਣ ਹੈ। ਪਰ ਇਹਨਾਂ ਹੁਕਮਰਾਨਾਂ ਨੇ ਮੰਦਭਾਵਨਾ ਦੀ ਨੇ ਸਾਡੇ ਨਾਲ ਇਹ ਵੈਰ ਕਮਾਇਆ ਹੈ। ਇਹ ਸਦਾ ਹੀ ਦਿਸਦਾ ਰਹੂਗਾ। ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਕਾਲਾ ਧੱਬਾ ਹੈ ਇੰਡੀਆ ਦੀ ਗੌਰਮੈਂਟ 'ਤੇ ਜੋ ਸਾਡੇ ਨਾਲ ਸਿੱਖ ਕੌਮ ਨਾਲ ਵਾਪਰਿਆ। ਰਾਣਾ ਸਾਹਿਬ, ਤੁਸੀਂ ਕਾਲਾ ਧੱਬਾ ਕਿਹਾ ਕਿ ਉਸ ਟਾਈਮ ਦੇ ਕਾਲੇ ਦੌਰ ਨੂੰ ਕਾਲਾ ਧੱਬਾ ਤੁਸੀਂ ਨਾਂ ਲਿਆ। ਕੀ ਬਲੂ ਸਟਾਰ ਕਰਨ ਤੋਂ ਇਲਾਵਾ ਕੋਈ ਹੱਲ ਹੈਗਾ ਸੀ? ਉਹਦਾ ਹੱਲ ਹੈਗਾ ਸੀ, ਜੇ ਇਹ ਚਾਹੁੰਦੇ ਸਾਰਾ ਹੱਲ ਹੈਗਾ ਸੀ, ਲੇਕਿਨ ਇਹਨਾਂ ਦੀ ਮਨਸ਼ਾ ਹੀ ਪਹਿਲਾਂ ਮੰਦਭਾਵਨਾ ਸੀ। ਇਹਨਾਂ ਨੇ ਬਹੁਤ ਪਹਿਲੇ ਸਾਰੀ ਗੱਲ ਨੂੰ ਪਲਾਨਿੰਗ ਕਰ ਲਈ ਸੀਗੀ ਵੀ ਹਮਲਾ ਕਰਨਾ ਹੀ ਕਰਨਾ ਹੈ, ਸਿੱਖਾਂ ਨੂੰ ਸਭ ਕੁਝ ਸਿਖਾਉਣਾ ਹੀ ਸਿਖਾਉਣਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸ੍ਰੀ ਰਾਮਦਾਸ ਸਰੋਵਰ, ਉੱਥੋਂ ਸਾਰੀ ਸਿੱਖ ਕੌਮ ਨੂੰ ਤਾਕਤ ਮਿਲਦੀ ਆ। ਅੰਮ੍ਰਿਤ ਬਾਣੀ ਦੀ, ਅੰਮ੍ਰਿਤਸਰ ਦੀ ਜਲ ਦੀ, ਜੋ ਅੰਮ੍ਰਿਤ ਸਰੋਵਰ ਦਾ ਜਲ ਹੈ। ਛੋਟਾ ਜਿਹਾ ਬੱਚਾ 7-8 ਸਾਲ ਦਾ, ਅਤੇ ਉਹ ਸਾਹ ਲੈ ਰਿਹਾ ਸੀ। ਉਹਨੇ ਕਿਹਾ ਵੀ ਇਹਨੂੰ ਬਚਾ ਲਈਏ, ਕਿਸੇ ਸਿੱਖ ਅਫਸਰ ਨੇ ਕਿਹਾ। ਤਾਂ ਦੂਜੇ ਜਿਹੜੇ ਨਾਲ ਹਿੰਦੂ ਜਿਹੜੇ ਮੁਲਾਜ਼ਮ ਸੀਗੇ ਮਿਲਟਰੀ ਦੇ, ਫੌਜ ਦੇ, ਉਹਨਾਂ ਨੇ ਪਟਕਾ ਕੇ ਥੱਲੇ ਮਾਰ ਕੇ ਉਹਨੂੰ ਮਾਰਤਾ ਵੀ ਹੁਣ ਇਹਦਾ ਕੰਮ ਖਤਮ ਹੋ ਗਿਆ। ਇੰਨਾ ਜ਼ੁਲਮ ਜ਼ਬਰ ਕੀਤਾ ਛੋਟਾ ਟਾਈਮ ਦੀ ਸਰਕਾਰ ਨੂੰ ਕੀ ਗੱਲ ਸੀ ਕਿ ਤੋਹਫਾ ਲੈ ਕੇ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਪਿਆ? ਉਸ ਟਾਈਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਡੇ ਨਾਇਕ ਰਹੇ ਹੈ। ਉਹਨਾਂ ਨੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਉਹਨਾਂ ਦੇ 40 ਸਾਲ ਦੇ ਜੀਵਨ ਦੇ ਵਿੱਚ ਕੋਈ ਵੀ ਉਹਨਾਂ 'ਤੇ ਕਦੇ ਕੇਸ ਨਹੀਂ ਹੋਇਆ। ਜਿਹੜੀ ਇਹਨਾਂ ਦੀ ਪ੍ਰੈਸ ਹੈ ਆਪਣੀ ਮਤਸਵੀ ਹੁਕਮਰਾਨਾਂ ਦੀ, ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਉਹਨਾਂ ਦਾ ਨਾਂ ਲੈ ਕੇ, ਸਿੱਖਾਂ ਦਾ ਨਾਂ ਲੈ ਕੇ ਸਾਰੇ ਵਰਲਡ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ। ਅੱਜ ਅਸੀਂ ਉਸ ਜੂਨ 1984 ਦੀ ਗੱਲ ਕਰਾਂਗੇ ਜਦੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ ਅਤੇ ਸਿੱਖ ਕਤਲੇਆਮ ਹੋਇਆ ਸੀ। ਉਸ ਦੌਰ ਨੂੰ ਜੇ ਪੜ੍ਹੀਏ ਜਾਂ ਸੁਣੀਏ ਤਾਂ ਲੂੰ ਖੜੇ ਹੋ ਜਾਂਦੇ ਨੇ। ਸਾਡੇ ਨਾਲ ਅੱਜ ਮੌਜੂਦ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਵਾਣਾ। ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਉਸ ਦੌਰ ਦੀ ਗੱਲਬਾਤ ਕਰਦੇ ਹਾਂ ਕਿ ਉਸ ਦੌਰ ਦੇ ਵਿੱਚ ਕੀ ਵਾਪਰਿਆ ਸੀ ਅਤੇ ਕਿਵੇਂ ਦਾ ਮਾਹੌਲ ਸੀ। ਅਤੇ ਸਭ ਤੋਂ ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ, ਜੋ ਰੋਜ਼ਾਨਾ ਟਾਈਮ ਦੇ ਸਰੋਤਿਆਂ ਨੂੰ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੋ ਇਹਨਾਂ ਨੇ ਬਲੂ ਸਟਾਰ ਦੇ ਸੰਬੰਧ ਵਿੱਚ ਕੁਐਸਚਨ ਪੁੱਛਿਆ ਹੈ, ਇਹ ਬਹੁਤ ਹੀ ਗੰਭੀਰ ਅਤੇ ਸਿੱਖ ਕੌਮ 'ਤੇ ਇੱਕ ਬਹੁਤ ਵੱਡੀ ਟ੍ਰੈਜਡੀ ਵਾਪਰੀ ਹੈ ਜੋ 84 ਵਿੱਚ। ਉਹ ਇੱਕ ਸਾਜ਼ਿਸ਼ ਸੀਗੀ ਸੈਂਟਰਲ ਗੌਰਮੈਂਟ ਦੀ ਅਤੇ ਹਿੰਦੂਤਵ ਜਿਹੜੀਆਂ ਜਮਾਤਾਂ ਹੈ ਉਹਨਾਂ ਦੀ ਸਾਂਝੀ ਸਾਜ਼ਿਸ਼ ਸੀ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਸਾਡੇ ਗੁਰਧਾਮਾਂ ਉੱਤੇ ਹਮਲੇ ਕਰਨਾ। ਉਹਦੇ ਵਿੱਚ ਰੂਸ, ਬਰਤਾਨੀਆ ਅਤੇ ਇੰਡੀਆ ਦੀ ਤਿੰਨੇ ਫੌਜਾਂ ਨੇ ਸਾਡੇ ਗੁਰੂ ਧਾਮਾਂ ਉੱਤੇ ਇਹ ਹਮਲਾ ਕੀਤਾ ਫੌਜ ਨੂੰ ਨਾਲ ਲੈ ਕੇ। ਅਤੇ ਉਹ ਮੰਦਭਾਵਨਾ ਸੀ ਇਹਨਾਂ ਦੀ, ਸਿੱਖ ਕੌਮ ਦਾ ਉਹਦੇ ਵਿੱਚ ਕੋਈ ਕਸੂਰ ਨਹੀਂ ਸੀ। ਸਿੱਖ ਕੌਮ ਨੂੰ ਟਾਰਗੇਟ ਕਰਕੇ ਇਹਨਾਂ ਨੇ ਸਿੱਖ ਕੌਮ ਦਾ ਕਤਲੇਆਮ ਕਰਨ ਵਾਸਤੇ, ਉਹਨਾਂ ਨੂੰ ਦਹਿਸ਼ਤ ਪਾਉਣ ਵਾਸਤੇ, ਉਹਨਾਂ ਨੂੰ ਸਦਾ ਲਈ ਗੁਲਾਮ ਬਣਾਉਣ ਵਾਸਤੇ ਇਹ ਸਾਰਾ ਕੰਮ ਕੀਤਾ। ਉਹਦੇ ਵਿੱਚ 25,000 ਸਿੱਖ ਜੋ ਨਿਰਦੋਸ਼, ਜੋ ਸ਼ਰਧਾਲੂ ਸੀਗੇ ਨਤਮਸਤਕ ਹੋਏ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦੇ ਗੁਰਪੁਰਬ 'ਤੇ, ਉਹ ਸਾਰੇ ਨੇ ਉੱਥੇ ਇਹਨਾਂ ਨੇ ਫੌਜ ਨੇ ਗੋਲੀਆਂ ਨਾਲ ਭੁੰਨ ਦਿੱਤੇ ਨੇ। ਬਹੁਤ ਕਤਲੇਆਮ, ਮਨੁੱਖਤਾ ਦਾ ਕਤਲੇਆਮ ਹੋਇਆ। ਇੰਟਰਨੈਸ਼ਨਲ ਲਾਅ ਜੋ ਹਿਊਮਨ ਰਾਈਟਸ ਦਾ, ਉਹਦਾ ਕਤਲੇਆਮ ਹੋਇਆ। ਅੱਜ ਤੱਕ ਸਾਨੂੰ ਉਹਦਾ ਕੋਈ ਇਨਸਾਫ ਨਹੀਂ ਦਿੱਤਾ ਗਿਆ, ਬਲਕਿ ਜਿਹੜੇ ਉਸ ਟਾਈਮ ਦੇ ਸਾਰੇ ਜਰਨੈਲ ਜੋ ਹੁਕਮਰਾਨ ਸੀਗੇ ਉਹ ਸਾਰੇ ਉਸ ਦਿਨਾਉਂਦੇ ਫਿਰਦੇ ਨੇ ਉਸੇ ਤਰ੍ਹਾਂ ਵੀ ਸਾਨੂੰ ਕੋਈ ਅੱਜ ਤੱਕ ਕਿਸੇ ਪਾਸੇ ਦਿੱਤਾ ਹੀ ਨਹੀਂ ਗਿਆ। ਜਿਹੜੀ ਇਹ ਬਲੂ ਸਟਾਰ ਦੀ 1984 ਦੀ ਇਹਨਾਂ ਨੇ ਕੀਤੀ ਹੈ, ਇਹ ਬਹੁਤ ਪਹਿਲੇ ਇਹਨਾਂ ਨੇ ਪਲਾਨਿੰਗ ਕਰ ਲਈ ਸੀ ਇੰਦਰਾ ਗਾਂਧੀ ਨੇ।
ਇਹਦੀ ਰਿਹਰਸਲ ਕੀਤੀ ਗਈ ਹੈ ਇੱਧਰ ਰਿਸ਼ੀਕੇਸ਼ ਦੇ ਵਿੱਚ ਪਹਾੜਾਂ ਵਿੱਚ 6 ਮਹੀਨੇ 7 ਮਹੀਨੇ ਪਹਿਲਾਂ ਰਿਹਰਸਲ ਕੀਤੀ ਗਈ ਹੈ ਫੌਜ ਨੂੰ ਭੇਜ ਕੇ ਉਹਦਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਪੂਰੀ ਰਿਹਰਸਲ ਕੀਤੀ ਹੈ। ਇਹਦਾ ਮਤਲਬ ਕੋਈ ਅਚਨਚੇਤ ਜਾਂ ਕੋਈ ਨਹੀਂ ਗੱਲ ਨਹੀਂ ਸੀ, ਇਹ ਸਾਨੂੰ ਟਾਰਗੇਟ ਕਰਕੇ ਸਿੱਖ ਕੌਮ ਨੂੰ ਸਿੱਖ ਗੁਰਧਾਮਾਂ ਨੂੰ ਟਾਰਗੇਟ ਕਰਕੇ ਇਹ ਸਾਰਾ ਕੀਤਾ ਗਿਆ ਜੋ ਅੱਜ ਤੱਕ ਸਾਡੇ ਮਨਾਂ ਵਿੱਚ ਸਿੱਖ ਕੌਮ ਦੇ ਰਿਸਦਾ ਹੈ। ਇਹ ਬਹੁਤ ਹੀ ਵੱਡਾ ਕਤਲੇਆਮ, ਦੁਨੀਆ ਵਿੱਚ ਐਡਾ ਕਤਲੇਆਮ ਕਿਤੇ ਨਹੀਂ ਹੋਇਆ। ਅਸੀਂ ਸਟੇਟਲੈਸ ਸਿੱਖ ਕੌਮ ਹੈ, ਸਾਡਾ ਕੋਈ ਆਪਣਾ ਸਟੇਟ ਨਹੀਂ ਹੈ, ਪਰ ਇੱਕ ਸਟੇਟਲੈਸ ਸਿੱਖ ਕੌਮ ਉੱਤੇ ਇੱਕ ਸਟੇਟ ਵੱਲੋਂ ਉਹ ਵੀ ਬਾਹਰਲੇ ਮੁਲਕਾਂ ਦੀਆਂ ਫੌਜਾਂ ਦੇ ਨਾਲ ਇਹ ਹਮਲਾ ਕਰ ਦੇਣਾ, ਇਹ ਬਹੁਤ ਵੱਡਾ ਮਨੁੱਖਤਾ ਦਾ ਘਾਣ ਹੈ, ਇਨਸਾਨੀਅਤ ਦਾ ਘਾਣ ਹੈ। ਇਹ ਸਾਰੀ ਇਹਨਾਂ ਨੇ ਜ਼ੁਲਮ ਜਬਰ ਕੀਤਾ ਹੈ ਜੋ ਕਿ ਅੱਜ ਤੱਕ ਚੱਲਦਾ ਆ ਰਿਹਾ, ਉਸ ਤੋਂ ਬਾਅਦ ਵੀ ਚੱਲਦਾ ਆ ਰਿਹਾ ਨਿਰੰਤਰ। ਉਹ ਤਾਂ ਇਹਨਾਂ ਨੇ ਕੀਤਾ ਨੂੰ, ਉਸ ਤੋਂ ਬਾਅਦ 1984 ਵਿੱਚ ਵੀ ਹੋਇਆ, ਸਾਰੇ ਦਿੱਲੀ ਵੀ ਹੋਇਆ, ਹੋਰ ਥਾਵਾਂ 'ਤੇ ਵੀ ਹੋਇਆ। ਇਹ ਕਤਲੇਆਮ ਅੱਜ ਤੱਕ ਚੱਲਦਾ ਆ ਰਿਹਾ। ਸਿੱਖ ਪੰਜਾਬ ਨੂੰ ਅਤੇ ਸਿੱਖ ਕੌਮ ਨੇ ਕਦੇ ਵੀ ਇਨਸਾਫ ਨਹੀਂ ਦਿੱਤਾ, ਹਮੇਸ਼ਾ ਨਿਸ਼ਾਨਾ ਬਣਾਇਆ। ਜਦੋਂ ਕਿ ਪੰਜਾਬ ਨੇ, ਪੰਜਾਬੀਆਂ ਨੇ, ਸਿੱਖ ਕੌਮ ਨੇ ਹਮੇਸ਼ਾ ਦੇਸ਼ ਲਈ, ਇਨਸਾਨੀਅਤ ਲਈ, ਸਮਾਜ ਲਈ, ਕੌਮ ਲਈ, ਧਰਮ ਲਈ ਪੂਰੀਆਂ ਕੁਰਬਾਨੀਆਂ ਦਿੱਤੀਆਂ। ਉਹਨਾਂ ਦੀ ਬਿਹਤਰੀ ਲਈ, ਉਹਨਾਂ ਦੇ ਸਰਬਤ ਦੇ ਭਲੇ ਲਈ ਸਾਰੇ ਅੱਗੇ ਹੋ ਕੇ ਉਦਮ ਕਰਦੇ ਰਹੇ ਹੈ। ਪਰ ਇਹਨਾਂ ਹੁਕਮਰਾਨਾਂ ਨੇ ਮੰਦਭਾਵਨਾ ਦੀ ਨੇ ਸਾਡੇ ਨਾਲ ਇਹ ਵੈਰ ਕਮਾਇਆ ਹੈ। ਇਹ ਸਦਾ ਹੀ ਦਿਸਦਾ ਰਹੂਗਾ। ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਕਾਲਾ ਧੱਬਾ ਹੈ ਇੰਡੀਆ ਦੀ ਗੌਰਮੈਂਟ 'ਤੇ ਜੋ ਸਾਡੇ ਨਾਲ ਸਿੱਖ ਕੌਮ ਨਾਲ ਵਾਪਰੇ। ਟੋਣਾ ਸਾਹਿਬ, ਤੁਸੀਂ ਕਾਲਾ ਧੱਬਾ ਕਿਹਾ ਕਿ ਉਸ ਟਾਈਮ ਦੇ ਕਾਲੇ ਦੌਰ ਨੂੰ ਕਾਲਾ ਧੱਬਾ ਤੁਸੀਂ ਨਾਂ ਲਿਆ। ਕੀ ਬਲੂ ਸਟਾਰ ਕਰਨ ਤੋਂ ਇਲਾਵਾ ਕੋਈ ਹੱਲ ਹੈਗਾ ਸੀ? ਉਸਦਾ ਹੱਲ ਹੈਗਾ ਸੀ, ਜੇ ਇਹ ਚਾਹੁੰਦੇ ਸਾਰਾ ਹੱਲ ਹੈਗਾ ਸੀ, ਲੇਕਿਨ ਇਹਨਾਂ ਦੀ ਮਨਸ਼ਾ ਹੀ ਪਹਿਲਾਂ ਮੰਦਭਾਵਨਾ ਸੀ। ਇਹਨਾਂ ਨੇ ਬਹੁਤ ਪਹਿਲੇ ਸਾਰੀ ਗੱਲ ਨੂੰ ਪੁਰਾਣੀ ਕਰ ਲਈ ਸੀਗੀ ਵੀ ਹਮਲਾ ਕਰਨਾ ਹੀ ਕਰਨਾ ਹੈ, ਸਿੱਖਾਂ ਨੂੰ ਸਬਕ ਸਿਖਾਉਣਾ ਹੀ ਸਿਖਾਉਣਾ ਹੈ, ਸਾਡੇ ਗੁਰਧਾਮਾਂ ਨੂੰ ਨਿਸ਼ਾਨਾ ਬਣਾਉਣਾ ਹੈ। ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸ੍ਰੀ ਰਾਮਦਾਸ ਸਰੋਵਰ, ਉੱਥੋਂ ਸਾਰੀ ਸਿੱਖ ਕੌਮ ਨੂੰ ਤਾਕਤ ਮਿਲਦੀ ਆ। ਅੰਮ੍ਰਿਤ ਬਾਣੀ ਦੀ, ਅੰਮ੍ਰਿਤਸਰ ਦੀ ਜਲ ਦੀ, ਜੋ ਅੰਮ੍ਰਿਤ ਸਰੋਵਰ ਦਾ ਜਲ ਹੈ, ਉੱਥੋਂ ਸਾਨੂੰ ਸਾਰੀ ਤਾਕਤ ਮਿਲਦੀ ਹੈ। ਅੰਮ੍ਰਿਤ ਬਾਣੀ ਤੋਂ ਵੀ ਸਾਰੀ ਮਿਲਦੀ ਹੈ। ਇਹਨਾਂ ਨੇ ਸਾਨੂੰ ਨਿਸ਼ਾਨਾ ਇਸੇ ਕਰਕੇ ਬਣਾਇਆ ਵੀ ਜਿਹੜੀ ਸਿੱਖ ਕੌਮ ਹੈ ਉਹ ਇੱਕ ਬਹਾਦਰ ਕੌਮ ਹੈ, ਨਿਡਰ ਕੌਮ ਹੈ। ਹਰ ਜ਼ਬਰ ਦੇ ਵਿਰੁੱਧ, ਹਰ ਬੇਇਨਸਾਫੀ ਦੇ ਵਿਰੁੱਧ, ਹਰ ਲੋੜਵੰਦ ਦੇ ਨਾਲ ਖੜ੍ਹਦੀ ਹੈ, ਉਹਦੇ ਵਿਰੁੱਧ ਲੜਦੀ ਹੈ। ਅਤੇ ਇਹਨਾਂ ਦਾ ਜੋ ਐਡਾ ਵੱਡਾ ਕਿਰਦਾਰ ਹੈ, ਐਡਾ ਵੱਡਾ ਇਹਨਾਂ ਦਾ ਅਖਲਾਕ ਹੈ, ਉਹਨੂੰ ਖ਼ਤਮ ਕਰਨ ਵਾਸਤੇ ਮਤਲਬ ਉਹ ਦੁਨੀਆ ਵਿੱਚ ਇੰਨੀ ਉੱਭਰੀ ਵੀ ਹੈ ਸਿੱਖ ਕੌਮ ਵੀ 500 ਸਾਲ ਦਾ ਇਹਦਾ ਸਾਰਾ ਜਨਮ ਹੈ ਅਤੇ ਇੰਨੀ ਉੱਭਰੀ ਵੀ ਹੈ। ਇਹਨੂੰ ਖ਼ਤਮ ਕਰਨ ਵਾਸਤੇ ਸਾਰਾ ਕੁਛ ਇਹਨਾਂ ਨੇ ਕੀਤਾ ਹੈ। ਜਦੋਂ ਕਿ ਜਿਹੜੇ ਸਾਡੇ ਅਖਲਾਕੀ ਗੁਣ ਨੇ ਜੋ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਡੇ ਗੁਰੂ ਸਾਹਿਬ, ਸਾਡੇ ਮਰਿਆਦਾਵਾਂ, ਸਾਡੇ ਨਿਯਮਾਂ ਨੇ ਦਿੱਤੇ ਨੇ, ਉਹ ਰਹਿੰਦੀ ਦੁਨੀਆ ਤੱਕ ਰਹਿਣਗੇ। ਕੋਈ ਵੀ ਤਾਕਤ ਇੰਦਰਾ ਗਾਂਧੀ ਵਰਗੀ ਜਾਂ ਕੋਈ ਹੋਰ ਮੋਦੀ ਵਰਗੀ ਜਾਂ ਕੋਈ ਹੋਰ ਕਾਂਗਰਸ ਵਰਗੀ ਜਾਂ BJP RSS ਵਰਗੀ ਤਾਕਤ ਹੈ, ਉਹ ਸਿੱਖੀ ਨੂੰ ਖਤਮ ਨਹੀਂ ਕਰ ਸਕਦੀ। ਸਿੱਖਾਂ ਨੂੰ ਤਾਂ ਖਤਮ ਕਰ ਸਕਦੀ ਹੈ, ਪਰ ਸਿੱਖੀ ਨੂੰ ਖਤਮ ਨਹੀਂ ਕਰ ਸਕਦੀ। ਸਿੱਖ ਵੀ ਖਤਮ ਨਹੀਂ ਹੋਣਗੇ। ਅੱਜ ਸਿੱਖ ਸਾਰੇ ਵਰਲਡ ਵਿੱਚ ਬੈਠੇ ਆ, ਕਿੰਨੇ ਕੁ ਸਿੱਖ ਖਤਮ ਕਰਨਗੇ? ਇਹ ਜੋ ਇਹਨਾਂ ਦੀ ਮੰਦਭਾਵਨਾ ਕਦੇ ਪੂਰੀ ਨਹੀਂ ਹੋਊਗੀ। ਇਹਦੇ ਵਿੱਚ ਇਹਨਾਂ ਦੀ ਸਾਰੇ ਵਰਲਡ ਵਿੱਚ ਬਦਨਾਮੀ ਹੋਈ ਹੈ, ਜੋ ਅੱਜ ਤੱਕ ਇਹਨਾਂ ਦੇ ਉੱਪਰ ਕਾਲਾ ਧੱਬਾ ਲੱਗਿਆ ਪਿਆ। ਇਹਨੂੰ ਇਹ ਖਤਮ ਨਹੀਂ ਕਰ ਸਕਦੇ ਕਦੇ ਵੀ। ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ, ਤੁਸੀਂ ਕਿਹਾ ਮਨੁੱਖਤਾ ਦਾ ਘਾਣ ਹੋਇਆ। ਵੱਡੀ ਕਹਿੰਦੇ ਲਾਸ਼ਾਂ ਦੇ ਢੇਰਾਂ ਦੇ ਉੱਤੋਂ ਲੰਘ ਕੇ ਕੁਝ ਆਗੂਆਂ ਦੇ ਬਿਆਨ ਆਏ ਨੇ ਕਿ ਲਾਸ਼ਾਂ ਦੇ ਢੇਰਾਂ ਤੋਂ ਲੰਘ ਕੇ ਉੱਤੋਂ ਗੁਜ਼ਰਨਾ ਪਿਆ ਸੀ। ਹਾਂ ਬਿਲਕੁਲ। ਇਹ ਜਦੋਂ ਇਹ ਕਤਲੇਆਮ ਇਹਨਾਂ ਨੇ ਕੀਤਾ ਉੱਥੇ ਦਰਬਾਰ ਸਾਹਿਬ ਦੇ ਵਿੱਚ, ਉੱਥੇ ਫੌਜ ਨੇ, ਅਫਸਰਸ਼ਾਹੀ ਨੇ, ਸਾਰੀ ਜਿਹੜੀ ਫੌਜ ਅਫਸਰਸ਼ਾਹੀ ਸਾਰੀ ਉੱਧਰ ਹਿੰਦੂਤਵ ਸੋਚ ਵਾਲੀ ਸੀਗੀ। ਜੇ ਕੋਈ ਇੱਕ ਅੱਧਾ ਵਿੱਚ ਸਿੱਖ ਅਫਸਰ ਲਾਏ ਵੀ ਸੀ, ਉਹਨਾਂ ਦੀ ਕੋਈ ਚੱਲਣੀ ਪੇਸ਼ ਨਹੀਂ ਸੀ ਆਉਂਦੀ। ਇਹਨਾਂ ਨੇ ਕਮਰਿਆਂ 'ਚੋਂ ਕੱਢ ਕੇ, ਜਿਹੜੇ ਸ਼ਰਧਾਲੂ ਕਮਰਿਆਂ 'ਚ ਬੈਠੇ, ਕੱਢ ਕੇ ਬੱਚੇ, ਛੋਟੇ ਬੀਬੀਆਂ ਸਾਰੀਆਂ ਮਾਰੀਆਂ। ਇੱਥੋਂ ਤੱਕ ਕਿ ਇੱਕ ਛੋਟਾ ਜਿਹਾ ਬੱਚਾ 7-8 ਸਾਲ ਦਾ, ਅਤੇ ਉਹ ਸਾਹ ਲੈ ਰਿਹਾ ਸੀ। ਉਹਨੇ ਕਿਹਾ ਵੀ ਇਹਨੂੰ ਬਚਾ ਲਈਏ, ਕਿਸੇ ਸਿੱਖ ਅਫਸਰ ਨੇ ਕਿਹਾ। ਤਾਂ ਦੂਜੇ ਜਿਹੜੇ ਨਾਲ ਹਿੰਦੂ ਜਿਹੜੇ ਮੁਲਾਜ਼ਮ ਸੀਗੇ ਮਿਲਟਰੀ ਦੇ, ਫੌਜ ਦੇ, ਉਹਨਾਂ ਨੇ ਪਟਕਾ ਕੇ ਥੱਲੇ ਮਾਰ ਕੇ ਉਹਨੂੰ ਮਾਰਤਾ ਵੀ ਹੁਣ ਇਹਦਾ ਕੰਮ ਖਤਮ ਹੋ ਗਿਆ। ਇੰਨਾ ਜ਼ੁਲਮ ਜ਼ਬਰ ਕੀਤਾ। ਛੋਟਾ 5-7 ਸਾਲ ਦਾ ਬੱਚਾ ਜਿਹਨੂੰ ਕੋਈ ਪਤਾ ਹੀ ਨਹੀਂ ਵੀ ਕੀ ਹੋ ਰਿਹਾ, ਕੀ ਹੋਣਾ ਹੈ, ਉਹਦੇ ਨਾਲ ਹੀ ਬੇਇਨਸਾਫੀ ਕਰਨਾ। ਉਸ ਤੋਂ ਉਹਨਾਂ ਦੀ ਭਾਵਨਾ, ਮੰਦਭਾਵਨਾ ਪਤੀ ਲੱਗਦੀ ਹੈ ਵੀ ਸਿੱਖ ਕੌਮ ਪ੍ਰਤੀ ਕਿੰਨੀ ਨਫ਼ਰਤ ਰੱਖਦੇ ਨੇ, ਸਿੱਖ ਕੌਮ ਪੰਜਾਬ ਸੂਬੇ ਪੰਜਾਬੀਆਂ ਨਾਲ ਕਿੰਨੀ ਨਫ਼ਰਤ ਰੱਖਦੇ ਨੇ। ਇਹ ਸਾਰੀ ਉਸ ਗੱਲ ਤੋਂ ਜ਼ਾਹਰ ਹੋਈ ਹੈ। ਟੋਣਾ ਸਾਹਿਬ, ਤੁਸੀਂ ਵੀ ਉਹ ਦੌਰ ਦੇਖਿਆ। ਉਸ ਦੌਰ ਦੇ ਵਿੱਚ ਇਲਾਕੇ ਦੇ, ਸਟੇਟਾਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਕਿਵੇਂ ਦਾ ਮਾਹੌਲ ਸੀ ਉਸ ਟਾਈਮ ਦਾ? ਕਿਵੇਂ ਦਾ? ਉਸ ਟਾਈਮ ਸਾਰੇ ਪਾਸੇ ਇਹਨਾਂ ਨੇ ਮਿਲਟਰੀ, ਫੌਜ, CRP, ਅਰਧ ਸੈਨਿਕ ਬਲ ਲਾਏ ਸੀ। ਇਨਸਾਨ ਘਰਾਂ ਜਿਹੜੇ ਸਾਡੇ ਸਿੱਖ ਸੀ ਉਹਨਾਂ ਵਿੱਚ ਬਹੁਤ ਵੱਡਾ ਰੋਹ ਸੀ, ਲੇਕਿਨ ਉਹ ਘਰਾਂ, ਸ਼ਹਿਰਾਂ 'ਚੋਂ, ਪਿੰਡਾਂ 'ਚੋਂ, ਘਰਾਂ 'ਚੋਂ ਨਿਕਲੇ ਨਹੀਂ ਦਿੱਤੇ। ਐਡੀ ਇਹਨਾਂ ਨੇ ਫੌਜ ਦਾ ਦਹਿਸ਼ਤ ਪਾਈ ਵੀ ਸੀਗੀ, ਉਹ ਘਰਾਂ 'ਚੋਂ ਨਿਕਲ ਨਹੀਂ ਦਿੱਤੇ। ਉਹਦਾ ਜਿਹੜਾ ਰੋਸ ਹੈ ਉਹ ਬਹੁਤ ਲੰਮੇ ਸਮੇਂ ਤੱਕ ਸਾਰੇ ਪੰਜਾਬ ਵਿੱਚ, ਸਾਰੇ ਇੰਡੀਆ ਵਿੱਚ ਬਾਹਰ ਤੱਕ ਰਿਹਾ ਹੈ। ਲੇਕਿਨ ਇਹਨਾਂ ਨੇ ਉਸ ਤੋਂ ਬਾਅਦ ਦਹਿਸ਼ਤ ਇੰਨੀ ਫੈਲਾਈ ਹੈ, ਤਾਂ ਸਾਰਾ ਅੱਤਵਾਦ ਦਾ ਦੌਰ ਜਿਹੜਾ ਸ਼ੁਰੂ ਕੀਤਾ ਉਹ ਇਸੇ ਗੱਲ ਨੂੰ ਦਬਾਉਣ ਵਾਸਤੇ ਕੀਤਾ ਹੈ। ਉਦੋਂ KPS ਗਿੱਲ, ਉਸ ਤੋਂ ਬਾਅਦ ਜਨਰਲ ਸਿਨਹਾ, ਇਹਨਾਂ ਦੇ ਜਿੰਨੇ ਮਿਲਟਰੀ ਦੇ ਅਫਸਰ, ਇਹਨਾਂ ਨੇ ਸਾਰਿਆਂ ਨੇ ਪੰਜਾਬ ਦੇ ਵਿੱਚ ਤਾਂ ਪੂਰੀ
ਪੂਰਾ ਮੁਲਕ ਸਾਰਾ ਕਤਲੇਆਮ ਕੀਤਾ ਹੈ ਤਾਂ ਕਿ ਦਹਿਸ਼ਤ ਪਾਈ ਜਾਵੇ। ਲੇਕਿਨ ਸਿੱਖ ਕੌਮ ਸ਼ਹੀਦੀਆਂ ਵੀ ਪਾਉਂਦੀ ਆ ਰਹੀ ਹੈ, ਕੁਰਬਾਨੀਆਂ ਵੀ ਦਿੰਦੀ ਆ ਰਹੀ ਹੈ, ਉਹ 'ਤੇ ਜ਼ਬਰ ਜ਼ੁਲਮ ਵੀ ਸਹਿੰਦੀ ਆਈ ਹੈ, ਪਰ ਉਹਨਾਂ ਨੇ ਕਦੇ ਵੀ ਆਪਣੇ ਅਕਾਲ ਪੁਰਖ ਦੀ ਜੋ ਸੱਚ ਦੀ ਗੱਲ ਹੈ ਉਹਨੂੰ ਕਦੇ ਨਹੀਂ ਛੱਡਿਆ, ਕਦੇ ਆਪਣੀ ਇਮਾਨਦਾਰੀ ਨਹੀਂ ਛੱਡਿਆ, ਆਪਣੇ ਅਖਲਾਕੀ ਗੁਣਾਂ ਦਾ ਤਿਆਗ ਨਹੀਂ ਕੀਤਾ। ਉਹ 'ਤੇ ਹਮੇਸ਼ਾ ਹੀ ਪਹਿਰਾ ਦਿੱਤਾ ਹੈ, ਦਿੰਦੀ ਰਹੇਗੀ, ਕਿਉਂਕਿ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਡੀ ਸਿੱਖਾਂ ਦੀ ਬਾਣੀ, ਸਿੱਖ ਸੋਚ ਇਹ ਸਾਨੂੰ ਇਨਸਾਨੀਅਤ ਦੀ ਗੱਲ ਕਰਦੀ ਹੈ। ਅਸੀਂ ਕਦੇ ਜ਼ਬਰ ਜ਼ੁਲਮ ਨਹੀਂ ਸਹਿ ਸਕਦੇ, ਕਿਉਂਕਿ ਭੈ ਕਾਊ ਕੋ ਦੇਤ ਨਹੀਂ, ਨਾ ਭੈ ਮਾਨਤਾ ਸਾਨੂੰ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਹੈ। ਅਸੀਂ ਨਾ ਕਿਸੇ ਨੂੰ ਡਰਾਉਂਦੇ, ਨਾ ਅਸੀਂ ਕਿਸੇ ਨੂੰ ਡਰਦੇ ਹਾਂ, ਲੇਕਿਨ ਅਸੀਂ ਇਨਸਾਨੀਅਤ ਦੀ ਕਦਰਾਂ ਕੀਮਤਾਂ ਦਾ ਪਹਿਰਾ ਦੇ ਕੇ ਆਪਣੀ ਧਰਮ ਨੂੰ, ਆਪਣੀ ਕੌਮ ਨੂੰ ਇਨਸਾਨੀਅਤ ਦੀ ਰੱਖਿਆ ਕਰਨ ਦੇ ਅਸੀਂ ਹਾਮੀ ਹਾਂ, ਉਹ ਕਰਦੇ ਰਹਾਂਗੇ। ਸਿੱਖ ਕੌਮ ਹਮੇਸ਼ਾ ਹੀ ਹਰੇਕ ਦੇ ਜਿਵੇਂ ਕਿ ਕੋਈ ਵੀ ਭੀੜ ਪੈਂਦੀ ਹੈ ਜਾਂ ਕੋਈ ਮਹਾਂਮਾਰੀ ਆਉਂਦੀ ਤਾਂ ਮਦਦ ਲਈ ਇੱਕ ਵਾਰੀ ਅੱਗੇ ਆਉਂਦਾ ਹੈ। ਕਿਵੇਂ ਦੇਖਦੇ ਹੋ ਤੁਸੀਂ ਉਹ ਚੀਜ਼ ਨੂੰ? ਇਹ ਵੀ ਸਾਨੂੰ ਗੁਰੂ ਸਾਹਿਬ ਤੋਂ ਮਿਲਿਆ, ਜੋ ਸਿੱਖਾਂ ਵਿੱਚ ਕਿਸੇ ਵੀ ਕੌਮ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਮੁਲਕ ਦਾ ਹੋਵੇ, ਕਿਸੇ ਸੂਬੇ ਦਾ ਹੋਵੇ, ਜਦੋਂ ਕਿਤੇ ਭੀੜ ਪੈਂਦੀ ਹੈ, ਕੋਈ ਆਫਤ ਆਉਂਦੀ ਹੈ ਜਾਂ ਜੰਗ ਲੱਗਦੀ ਹੈ ਜਾਂ ਕੋਈ ਭੁਚਾਲ ਆਉਂਦਾ ਹੈ ਜਾਂ ਕੋਈ ਹਨੇਰੀ ਆਉਂਦੀ ਹੈ ਜਾਂ ਕੋਈ ਹੋਰ ਆਫਤ, ਕੁਦਰਤੀ ਆਫਤ ਆਉਂਦੀ ਹੈ, ਉਹਦੇ ਨਾਲ ਜੋ ਇਨਸਾਨੀਅਤ ਦਾ ਨੁਕਸਾਨ ਹੁੰਦਾ, ਸਿੱਖ ਕੌਮ 'ਤੇ ਸਭ ਤੋਂ ਪਹਿਲਾਂ ਖੜੀ ਹੁੰਦੀ ਹੈ ਆਪਣਾ ਇਨਸਾਨੀ ਫਰਜ਼ ਸਮਝ ਕੇ। ਉੱਥੇ ਉਹ ਕਦੇ ਉਹਨੇ ਇਹ ਭੇਦਭਾਵ ਨਹੀਂ ਰੱਖਿਆ ਵੀ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ। ਜਦੋਂ ਇਨਸਾਨੀਅਤ ਨੂੰ ਭੀੜ ਪਈ ਹੈ ਤਾਂ ਉੱਥੇ ਲੰਗਰ ਲੈ ਕੇ, ਪ੍ਰਸ਼ਾਦੇ ਲੈ ਕੇ, ਦਵਾਈਆਂ ਲੈ ਕੇ ਸਭ ਤੋਂ ਪਹਿਲਾਂ ਸਿੱਖ ਕੌਮ ਖੜੀ ਹੁੰਦੀ ਹੈ। ਇਹ ਸਾਨੂੰ ਗੁਰੂ ਸਾਹਿਬ ਤੋਂ ਮਿਲਿਆ, ਇਹ ਅਸੀਂ ਹਮੇਸ਼ਾ ਕਰਦੇ ਰਹੇ ਹਾਂ। ਪਰ ਇਸ ਸਰਬਤ ਦੇ ਭਲੇ ਦੇ ਇਹੋ ਜਿਹੇ ਮਿਸ਼ਨ ਨੂੰ ਚਲਾਉਣ ਵਾਲੀ, ਉਹ 'ਤੇ ਪਹਿਰਾ ਦੇਣ ਵਾਲੀ ਕੌਮ ਨੂੰ ਵੀ ਇਹ ਜਿਹੜੇ ਹੁਕਮਰਾਨ ਨੇ ਉਹ ਖਤਮ ਕਰਨਾ ਚਾਹੁੰਦੇ ਨੇ। ਕਿੱਡੀ ਭੈੜੀ ਇਹਨਾਂ ਦੀ ਸੋਚ ਆ ਹੁਕਮਰਾਨਾਂ ਦੀ, ਇੰਡੀਆ ਦੇ ਹੁਕਮਰਾਨਾਂ ਦੀ, ਮਤਸ਼ਵੀ ਹੁਕਮਰਾਨਾਂ ਦੀ, ਜਿਹੜੇ ਹੁਣ ਵੀ ਹੈ, ਪਹਿਲਾਂ ਵੀ ਜਿਹੜੇ ਰਹੇ ਹੈ, ਉਹਨਾਂ ਦੀ ਇਹ ਬਹੁਤ ਵੱਡੀ ਇਨਸਾਨੀਅਤ ਵਿਰੋਧੀ ਸੋਚ ਹੈ, ਜਿਹੜੀ ਕਿ ਉਹ ਕਦੇ ਵੀ ਇਸ ਗੱਲ 'ਚ ਕਾਮਯਾਬ ਨਹੀਂ ਹੋਣਗੇ। ਨਾ ਉਹ ਸਿੱਖਾਂ ਨੂੰ ਖਤਮ ਕਰ ਸਕਣਗੇ, ਨਾ ਸਿੱਖੀ ਨੂੰ ਖਤਮ ਕਰ ਸਕਣਗੇ, ਨਾ ਇਨਸਾਨੀਅਤ ਨੂੰ ਖਤਮ ਕਰ ਸਕਣਗੇ। ਹਮੇਸ਼ਾ ਸੱਚ ਦੀ ਫਤਿਹ ਹੋਈ ਹੈ, ਕਿਉਂਕਿ ਅਕਾਲ ਪੁਰਖ ਸੱਚ ਦੇ ਨਾਲ ਹੁੰਦੇ ਨੇ। ਇਹ ਹਮੇਸ਼ਾ ਸਾਡੀ ਹਰ ਮੈਦਾਨ 'ਚ ਸਾਡੀ ਫਤਿਹ ਹੋਣੀ। ਉਸ ਟਾਈਮ ਦੀ ਸਰਕਾਰ ਨੂੰ ਕੀ ਗੱਲ ਸੀ ਕਿ ਤੋਹਫਾ ਲੈ ਕੇ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਪੈ ਗਿਆ? ਉਸ ਟਾਈਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਡੇ ਨਾਇਕ ਰਹੇ ਹੈ। ਉਹਨਾਂ ਨੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਉਹਨਾਂ ਦੇ 40 ਸਾਲ ਦੇ ਜੀਵਨ ਦੇ ਵਿੱਚ ਕੋਈ ਵੀ ਉਹਨਾਂ 'ਤੇ ਕਦੇ ਕੇਸ ਨਹੀਂ ਹੋਇਆ, ਕਦੇ ਉਹਨਾਂ ਦੇ ਕ੍ਰਾਈਮ ਦਾ ਕੋਈ ਕੇਸ ਨਹੀਂ ਹੋਇਆ, ਕਿਤੇ ਕੋਈ ਉਹ ਗਲਤ ਦਾ ਕੇਸ ਨਹੀਂ ਹੋਇਆ, ਸਾਰੇ ਇੰਡੀਆ ਕਦੇ ਕੇਸ ਨਹੀਂ ਹੋਇਆ। ਲੇਕਿਨ ਇਹਨਾਂ ਦੀ ਪ੍ਰੈਸ ਨੇ, ਜਿਹੜੀ ਇਹਨਾਂ ਦੀ ਪ੍ਰੈਸ ਹੈ ਆਪਣੀ ਮਤਸ਼ਵੀ ਹੁਕਮਰਾਨਾਂ ਦੀ, ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਉਹਨਾਂ ਦਾ ਨਾਂ ਲੈ ਕੇ, ਸਿੱਖਾਂ ਦਾ ਨਾਂ ਲੈ ਕੇ ਸਾਰੇ ਵਰਲਡ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਸੀ। ਉਹ ਅਸੀਂ ਆਪਣੀ ਜਮਹੂਰੀਅਤ ਲੀਆਂ 'ਤੇ, ਕਿਉਂਕਿ 1947 ਤੋਂ ਪਹਿਲਾਂ ਜਦੋਂ ਇੰਡੀਆ ਦੀ ਵੰਡ ਹੋਈ ਹੈ, ਉਹਦੇ ਵਿੱਚ ਸਾਨੂੰ ਹਿੰਦੂ ਹੁਕਮਰਾਨਾਂ ਨੇ, ਗਾਂਧੀ, ਨਹਿਰੂ ਜਿਹੜੇ ਹੋਏ ਹੈ, ਇਹਨਾਂ ਨੇ ਸਿੱਖ ਕੌਮ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੇਗੀ, ਉਸ ਤੋਂ ਬਾਅਦ ਇੰਡੀਆ ਵਿੱਚ ਤੁਹਾਨੂੰ ਉੱਤਰੀ ਭਾਰਤ ਵਿੱਚ ਇੱਕ ਆਜ਼ਾਦ ਖਿੱਤਾ ਦਿੱਤਾ ਜਾਊਗਾ, ਜਿੱਥੇ ਸਿੱਖ ਆਪਣਾ ਆਨੰਦ ਮਾਣਨਗੇ, ਉਹਨਾਂ ਦਾ ਆਪਣਾ ਰਾਜ ਭਾਗ ਹੋਊਗਾ, ਉਹਦੇ ਵਿੱਚ ਸਾਡੀ ਕੋਈ ਦਖਲ ਨਹੀਂ ਹੋਊਗੀ। ਅਸੀਂ ਪੂਰਾ ਸਿੱਖਾਂ ਦੀ ਭਾਵਨਾ ਅਨੁਸਾਰ ਉੱਥੇ ਸਾਰਾ ਰਾਜ ਭਾਗ ਦੇਵਾਂਗੇ। ਉਹ ਉਹਨਾਂ ਨੇ ਆਪਣਾ ਵਚਨ ਹੀ ਨਹੀਂ ਪੂਰਾ ਕੀਤਾ। ਉਹ ਮੁੜ ਕੇ ਗੱਲ ਕਦੇ ਕੀਤੀ ਉਹ ਨਹੀਂ, ਨਾ ਗਾਂਧੀ ਨੇ, ਨਾ ਨਹਿਰੂ ਨੇ। ਉਸ ਤੋਂ ਬਾਅਦ ਆਉਣ ਵਾਲੇ ਪ੍ਰਾਈਮ ਮਿਨਿਸਟਰਾਂ ਨੇ, ਕਿਸੇ ਨੇ ਸਾਨੂੰ ਉਹ ਪੂਰਾ ਨਹੀਂ ਕੀਤਾ। ਉਹੀ ਆਜ਼ਾਦੀ ਨੂੰ ਲੈ ਕੇ 1946 ਵਿੱਚ SGPC ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਊਸ ਹੈ, ਉਹਦੇ ਵਿੱਚ ਖਾਲਿਸਤਾਨ ਦਾ ਮਤਾ ਪਿਆ, ਪਾਸ ਕੀਤਾ ਸਰਬਸੰਮਤੀ ਨਾਲ। ਉਹ ਵੀ ਰਿਕਾਰਡ 'ਤੇ ਆ। ਉਹ ਉਸ ਤੋਂ ਪਹਿਲਾਂ ਵੀ ਪਏ ਆ, ਉਸ ਤੋਂ ਬਾਅਦ ਵੀ ਪਏ ਆ। ਫਿਰ 1 ਮਈ 1994 ਨੂੰ ਅੰਮ੍ਰਿਤਸਰ ਐਲਾਨਨਾਮਾ ਹੋਇਆ, ਅਨੰਦਪੁਰ ਦਾ ਮਤਾ ਹੋਇਆ। ਉਹਦੀ ਸਾਰੀ ਭਾਵਨਾ ਸਿੱਖਾਂ ਦੀ ਆਜ਼ਾਦੀ ਦੀ ਸੀ, ਸਿੱਖਾਂ ਦਾ ਬੋਲਬਾਲਾ, ਸਿੱਖਾਂ ਦੀ ਆਜ਼ਾਦੀ, ਸਿੱਖਾਂ ਦੇ ਮਾਨ ਸਨਮਾਨ। ਅੱਜ ਸਿੱਖਾਂ ਨੂੰ ਆਜ਼ਾਦੀ ਹੈਗੀ? ਨਹੀਂ, ਕੋਈ ਆਜ਼ਾਦੀ ਨਹੀਂ ਜੀ। ਸਾਰੇ ਥੋਂ ਤਾਂ ਮਾਰ ਰਹੇ ਆ। ਮਹਾਰਾਸ਼ਟਰ ਦਾ 2 ਬੱਚੇ ਹੁਣ ਕਿੰਨੇ ਮਾਰੇ ਆ, ਇੱਥੇ ਪੰਜਾਬ ਵਿੱਚ ਮਾਰੀ ਜਾਂਦੇ ਨੇ। ਯੂਪੀ ਦੇ ਭਈਏ ਇੱਥੇ ਆ ਕੇ ਕੋਈ ਸਿੱਖਾਂ ਦਾ ਐਡਾ ਮਾਨ ਤਨਮਾਨ, ਇੰਨੀ ਗੱਲਬਾਤ, ਜਿੱਥੇ ਸਾਡਾ ਆਪਣਾ ਸੂਬਾ, ਜਿਹੜੀ ਆਪਣੀ ਰਹਿਸ ਹੈ, ਉੱਥੇ ਸਿੱਖਾਂ ਨੂੰ ਮਾਰੀ ਜਾਂਦੇ ਨੇ ਇਹ ਭਈਆ ਨੂੰ। ਅੱਜ ਵੀ ਅੱਤਵਾਦੀ, ਵੱਖਵਾਦੀ ਦੱਸਿਆ ਜਾ ਰਿਹਾ। ਹਾਂ, ਅੱਜ ਸਾਨੂੰ ਉਹ ਬਦਨਾਮ, ਜਿਹੜੇ ਅੱਤਵਾਦੀ, ਵੱਖਵਾਦੀ, ਜਰਾਇਮ ਪੇਸ਼ਾ, ਉਹ ਸਾਨੂੰ ਪਹਿਲਾਂ ਤੋਂ ਹੀ ਇਹਨਾਂ ਨੇ ਬਦਨਾਮ ਕਰਨ ਦਾ ਰੱਖਿਆ ਵਾ। ਹਾਲਾਂਕਿ ਸਾਡੀ ਕੌਮ ਵਿੱਚ ਇਹੋ ਜਿਹੀ ਕੋਈ ਗੱਲ ਹੈ ਨਹੀਂ। ਨਾ ਸਿੱਖ ਨੇ ਕਦੇ ਕ੍ਰਾਈਮ ਕੀਤਾ, ਨਾ ਉਹ ਕ੍ਰਾਈਮ ਵਿੱਚ ਵਿਸ਼ਵਾਸ ਰੱਖਦਾ ਵੀ ਪਹਿਲਾਂ ਸਿੱਖਾਂ ਨੂੰ ਬਦਨਾਮ ਕਰੋ, ਉਹਨਾਂ ਨੂੰ ਅੱਤਵਾਦ ਅਤੇ ਵੱਖਵਾਦ ਦਾ ਨਾਮ ਦੇ ਕੇ ਇਹਨਾਂ ਨੂੰ ਬਦਨਾਮ ਕਰੋ, ਫਿਰ ਇਹਨਾਂ ਨੂੰ ਗੋਲੀਆਂ ਨਾਲ ਮਾਰੋ। ਉਹ ਜਿਹਾ ਇਹਨਾਂ ਨੇ ਮਾਹੌਲ ਤਿਆਰ ਆਪ ਖੁਦ ਕੀਤਾ ਹੈ। ਹਾਲਾਂਕਿ ਸਾਡੀ ਸਿੱਖ ਕੌਮ ਵਿੱਚ ਅਜਿਹੀ ਕੋਈ ਨੈਗੇਟਿਵ ਇਨਸਾਨੀਅਤ ਵਿਰੋਧੀ ਕੋਈ ਗੱਲ ਹੀ ਨਹੀਂ ਹੈਗੀ। ਅਸੀਂ ਤਾਂ ਇਨਸਾਨੀਅਤ ਦੇ ਹਾਮੀ ਹਾਂ, ਸਰਬਤ ਦੇ ਭਲੇ ਦੇ ਹਾਮੀ ਹਾਂ। ਇਹ ਸਭ ਇਹਨਾਂ ਦੀ ਸਾਜ਼ਿਸ਼ ਹੁਕਮਰਾਨਾਂ ਦੀ ਹੁਣ ਵੀ ਚੱਲ ਰਹੀ ਹੈ, ਹੁਣ ਵੀ ਬਹੁਤ ਵੱਡੇ ਪੱਧਰ 'ਤੇ ਚੱਲ ਰਹੀ ਹੈ। ਸਾਡੇ ਪਾਣੀਆਂ ਨੂੰ ਖੋਹਣਾ, ਸਾਡੀ ਚੰਡੀਗੜ੍ਹ ਰਾਜਧਾਨੀ ਖੋਲ੍ਹਣੀ, ਆ ਪੰਜਾਬੀ ਭਾਸ਼ਾ ਸਾਰੇ ਯੂਨੀਵਰਸਿਟੀ ਵਿੱਚ, ਪੰਜਾਬ ਯੂਨੀਵਰਸਿਟੀ ਸਾਰੀ ਖੋਹਣੀ, ਇਹ ਸਾਨੂੰ ਖਤਮ ਕਰਨ ਦੀ ਸਾਰੀ ਉਹ ਹੈ।
ਕਿਉਂਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਉਹਦੇ ਸਾਰਾ ਕੁਝ ਖਤਮ, ਉਹਦਾ ਵਿਰਸਾ, ਵਿਰਾਸਤ, ਉਹਦੀ ਪੰਜਾਬੀ ਬੋਲੀ, ਉਹਦੇ ਜੋ ਰੀਤੀ ਰਿਵਾਜ ਆ ਉਹ ਸਾਰੇ ਖਤਮ ਕਰਨੇ ਹੁੰਦੇ ਆ। ਉਸੇ ਤਰ੍ਹਾਂ ਦੇ ਹਮਲੇ ਹੁਣ ਹੋ ਰਹੇ ਨੇ, ਬਹੁਤ ਵੱਡੇ ਇਹ ਸਾਰੀ ਸਾਜ਼ਿਸ਼ਾਂ ਚੱਲ ਰਹੀਆਂ ਸੈਂਟਰ ਤੋਂ। ਇਹਦੇ ਵਾਸਤੇ ਸਿੱਖ ਕੌਮ ਨੂੰ, ਸਿੱਖ ਲੀਡਰਸ਼ਿਪ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਇਕੱਠੇ ਹੋਣਾ ਪਵੇਗਾ। ਇਕੱਠੇ ਹੋ ਕੇ ਇਹਨਾਂ ਹੁਕਮਰਾਨਾਂ ਵਿਰੁੱਧ ਜਿਹੜੀਆਂ ਇਹਨਾਂ ਦੀ ਸਾਜ਼ਿਸ਼ਾਂ ਉਹਨਾਂ ਨੂੰ ਅਸਫਲ ਬਣਾਉਣ ਲਈ ਇਹ ਲੜਨਾ ਪਊਗਾ, ਤਾਂ ਜਾ ਕੇ ਇਹ ਗੱਲ ਹੋਊਗੀ। ਜੇ ਅਸੀਂ ਵੱਖ-ਵੱਖ ਰਹੇ ਤਾਂ ਇਹ ਸਾਡੇ ਉੱਤੇ ਇਸੇ ਤਰ੍ਹਾਂ ਸਾਨੂੰ ਇਹ ਜ਼ੁਲਮ ਕਰਦੇ ਰਹਿਣਗੇ। ਮੇਰੀ ਸਾਰੀ ਕੌਮ ਨੂੰ, ਸਾਰੀ ਇਨਸਾਨੀਅਤ ਨੂੰ, ਸਾਰੇ ਹਿੰਦੂ, ਸਿੱਖ, ਮੁਸਲਮਾਨ, ਹਿੰਦੂ ਵੀਰਾਂ ਸਾਰਿਆਂ ਨੂੰ ਜੋ ਇਨਸਾਨੀਅਤ ਦੇ ਹਾਮੀ ਹੈ, ਸਾਰਿਆਂ ਨੂੰ ਅਪੀਲ ਹੈ ਵੀ ਜੋ ਹੁਕਮਰਾਨ ਪੰਜਾਬੀ ਅਤੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਅੱਜ ਪਲਾਨਿੰਗ ਕਰ ਰਿਹਾ, ਉਹਦੇ ਵਾਸਤੇ ਸਾਰੇ ਇਕੱਠੇ ਹੋ ਜਾਓ। ਕਿਉਂਕਿ ਇਹ ਕੰਮ ਇਕੱਲਾ ਸਾਡੇ ਵਾਸਤੇ ਨਹੀਂ, ਜਿੰਨੀਆਂ ਵੀ ਹੋਰ ਘੱਟ ਗਿਣਤੀਆਂ ਇੰਡੀਆ ਵਿੱਚ ਰਹਿ ਰਹੀਆਂ, ਹੋਰ ਫਿਰਕੇ ਰਹਿ ਰਹੇ ਆ, ਇਹਨਾਂ ਨੇ ਇੱਕ ਇੱਕ ਕਰਕੇ ਸਾਰਿਆਂ ਨੂੰ ਇਹ ਟਾਰਗੇਟ ਕਰਨਾ ਹੈ ਅਤੇ ਇੱਥੇ ਹਿੰਦੂਤਵ ਰਾਜ ਕਾਇਮ ਕਰਨਾ। ਹੁਣ ਦੇਖੋ ਪਾਰਲੀਮੈਂਟ ਸਾਡੀ ਸਾਂਝੀ ਹੈ, ਉੱਥੇ ਇਹਨਾਂ ਨੇ ਸਾਰੇ ਉਹ ਸੰਤ ਬੁਲਾ ਕੇ ਹਿੰਦੂਤਵ ਨਾਰੀਅਲ ਤੋੜ ਕੇ ਪੂਰੀ ਹਿੰਦੂਤਵ ਦਾ ਉਹ ਕੀਤਾ। ਹਾਲਾਂਕਿ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਗਵਰਨਮੈਂਟ ਆਫ ਇੰਡੀਆ ਜਦੋਂ ਕੋਈ ਸਾਂਝਾ ਕੰਮ ਕਰਦੇ ਆ, ਉੱਥੇ ਕਿਸੇ ਧਰਮ ਦੀ ਗੱਲ ਨਹੀਂ ਹੁੰਦੀ, ਉੱਥੇ ਇਨਸਾਨੀਅਤ ਦੀ ਗੱਲ ਜੋ ਵਿਧਾਨਕ ਨਿਯਮ ਆ ਉਹਨਾਂ ਅਨੁਸਾਰ ਸਾਰਾ ਉਹ ਹੁੰਦਾ। ਪਰ ਉੱਥੇ ਇਹਨਾਂ ਨੇ ਪੂਰਾ ਹਿੰਦੂਤਵ ਉਹ ਕੀਤਾ, ਹਿੰਦੂਤਵ ਨੂੰ ਲਾਗੂ ਕਰਨ ਵਾਸਤੇ ਕਰ ਰਹੇ ਨੇ। ਜਿਵੇਂ ਯੂਪੀ ਦਾ ਚੀਫ ਮਿਨਿਸਟਰ ਹੈ, ਸ਼ਾਹ ਹੈ, ਮੋਦੀ, ਇਹ ਸਾਰੇ ਉਸੇ ਲਾਈਨ 'ਤੇ ਲੱਗੇ ਹੋਏ ਨੇ। ਇਹ ਆਉਣ ਵਾਲਾ ਸਮਾਂ ਦੂਜੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ। ਘੱਟ ਗਿਣਤੀਆਂ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਚਾਹੀਦਾ ਹੈ, ਤਾਂ ਜਾ ਕੇ ਸਾਡੀ ਸਾਰਿਆਂ ਦੀ ਹੋਂਦ, ਸਾਰਾ ਜੀਵਨ, ਸਾਡੀ ਸ਼ਾਂਤੀ, ਅਮਨ ਚੈਨ ਕਾਇਮ ਰਹਿ ਸਕੇਗਾ। ਜੇ ਅਸੀਂ ਇਕੱਠੇ ਨਾ ਹੋਏ ਤਾਂ ਸਾਨੂੰ ਇੱਕ ਕਰਕੇ ਸਾਰੇ ਮਾਰ ਦੇਣਗੇ, ਸਾਰੇ ਕੁਚਲ ਦੇਣਗੇ, ਜੋ ਕਿ ਇਹਨਾਂ ਦੇ ਮੰਦ ਭਾਵਨਾ। ਉਹਦੇ ਵਿੱਚ ਕਾਲਪੁਰਖ ਕੀ ਖੇਡ ਖੇਡਦਾ ਉਹਦਾ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਕਾਲਪੁਰਖ ਨੇ ਆਪਣੀ ਖੇਡ ਖੇਡਣੀ ਹੈ। ਪ੍ਰਧਾਨ ਜੀ, ਮੇਰਾ ਲਾਸਟ ਸਵਾਲ ਆ, ਕੁਝ ਹਿੰਦੂ ਜਿਹੜੇ ਲੋਕ ਨੇ ਜੋ ਹਿੰਦੂ ਏਕਤਾ ਦੀ ਸਾਂਝ ਨੂੰ ਤੋੜਨ ਨੂੰ ਫਿਰਦੇ ਨੇ, ਉਹਨਾਂ ਦੇ ਵਿੱਚ ਕੋਈ ਜਿਹੜਾ ਸ਼ਰਾਰਤੀ ਅੰਸਰ ਹੁੰਦਾ ਐਸੇ ਬਿਆਨ ਦਿੰਦਾ, ਪਰ ਉਸ ਦਾ ਭੜਕਾਊ ਬਿਆਨ ਤੋਂ ਇਲਾਵਾ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ, ਉਹਨੂੰ ਕੋਈ ਗਨਮਾਨ ਦਿੱਤਾ ਜਾਂਦਾ। ਹਾਂ, ਇਹ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜ ਕੇ ਗੁਰੂ ਦੇ ਸਾਹਿਬ ਨਾਲ ਜੋੜਿਆ ਜਾ ਰਿਹਾ ਸੀ, ਗੁਰਬਾਣੀ ਨਾਲ ਜੋੜਿਆ ਜਾ ਰਿਹਾ ਸੀ, ਉਹਨੂੰ ਡਿਬਰੂਗੜ੍ਹ ਜੇਲ੍ਹ 'ਚ ਬੰਦ ਕਰ ਦਿੱਤਾ। ਬਿਲਕੁਲ, ਇਹ ਕੁਐਸਚਨ ਤੁਸੀਂ ਬਹੁਤ ਵਧੀਆ ਗੰਭੀਰ ਕੁਐਸਚਨ ਕੀਤਾ ਹੈ। ਮੌਕੇ ਦੀ ਨਜਾਕਤ ਦੇ ਮੁਤਾਬਕ ਕੁਐਸਚਨ ਹੋਣਾ ਚਾਹੀਦਾ ਸੀਗਾ। ਜਿਹੜੀ ਹੁਕਮਰਾਨਾਂ ਵੱਲੋਂ ਜਾਤੀ ਹੈ, ਉਹਦੀ ਇਹ ਬਹੁਤ ਵੱਡੀ ਤਾਜ਼ਾ ਮਿਸਾਲ ਹੈ ਵੀ ਭਾਈ ਅੰਮ੍ਰਿਤਪਾਲ ਸਿੰਘ ਜੋ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਦੇ ਸੀ, ਬੱਚਿਆਂ ਨੂੰ ਸਿੱਖ ਬਣਾਉਂਦੇ ਸੀ, ਸਿੱਖੀ ਨਾਲ ਜੋੜਦੇ ਸੀ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਸੀ। ਦੂਜਾ ਉਹ ਕੰਮ ਕਰਦੇ, ਜਿੰਨੀ ਨੌਜਵਾਨੀ ਹੈ, ਚਾਹੇ ਉਹ ਸਿੱਖ ਸੀ, ਚਾਹੇ ਮੁਸਲਮਾਨ ਸੀ, ਚਾਹੇ ਹਿੰਦੂ ਸੀ, ਚਾਹੇ ਈਸਾਈ ਸੀ, ਜਿਹੜੇ ਬੱਚੇ ਜਾਂ ਨੌਜਵਾਨ ਨਸ਼ਿਆਂ ਵੱਲ ਪ੍ਰੇਰਿਤ ਹੋ ਗਏ ਸੀ, ਉਹਨਾਂ ਨੂੰ ਗੁਰਬਾਣੀ ਰਾਹੀਂ ਪ੍ਰੇਰਿਤ ਕਰਕੇ ਸਰੀਰਕ ਨੁਕਸਾਨ ਦੇ ਦੱਸ ਕੇ ਵਿਚਾਰ ਕਰਕੇ ਉਹਨਾਂ ਨੂੰ ਉੱਥੋਂ ਨਸ਼ਿਆਂ ਤੋਂ ਦੂਰ ਕਰ ਰਹੇ ਸੀ। ਉਹ ਉਹਨਾਂ ਨੂੰ ਲੋਕਾਂ ਨੇ ਰਿਸਪੌਂਸ ਬਹੁਤ ਦਿੱਤਾ ਹੈ। ਨੌਜਵਾਨੀ ਬਹੁਤ ਵੱਡੀ ਜੁੜੀ ਹੈ, ਹਿੰਦੂ ਬਹੁਤ ਜੁੜੇ, ਮੁਸਲਮਾਨ ਬਹੁਤ ਜੁੜੇ ਨੇ। ਉਹਨੇ ਕੋਈ ਗੁਨਾਹ ਨਹੀਂ ਕੀਤਾ। ਸਿਰਫ ਉਹ ਜਿਹੜੀ ਅਜਨਾਲੇ ਵਾਲੀ ਗੱਲ ਜਿਹੜੀ ਹੋਈ ਹੈ, ਉਹ ਸਿਰਫ ਉਹਨਾਂ ਦੇ ਬੱਚੇ ਉਹ ਵੀ ਉਹਨਾਂ ਨੇ ਪ੍ਰਵਾਨ ਕਰ ਲਿਆ ਵੀ ਅਸੀਂ ਗਲਤ ਫੜਿਆ। ਜਿਹੜਾ ਤੂਫਾਨ ਸਿੰਘ ਫੜਿਆ ਸੀ, ਉਹ ਜੇ ਤਾਂ ਹੀ ਛੱਡਿਆ ਨਾ ਜੇ ਉਹਨੇ ਗਲਤ ਫੜਿਆ, ਫਿਰ 5-7-10 ਦਿਨਾਂ ਬਾਅਦ ਫਿਰ ਉਹ ਸਕੀਮ ਦੇ ਅਧੀਨ ਦੁਬਾਰਾ ਕੇਸ ਬਣਾਉਣਾ, ਇਹ ਤਾਂ ਮੰਦ ਭਾਵਨਾ ਸੈਂਟਰ ਦੀ ਸਰਕਾਰ। ਹੁਣ ਦੇਖੋ, ਅੰਮ੍ਰਿਤਪਾਲ ਸਿੰਘ ਅਤੇ ਨੌਜਵਾਨੀ ਪੰਜਾਬ ਨਾਲ ਸੰਬੰਧਿਤ ਹੈ, ਕੋਈ ਗਲਤ ਕੰਮ ਨਹੀਂ ਸੀ ਕਰ ਰਹੇ। ਉਸ ਤੋਂ ਪਹਿਲਾਂ 19 ਬਟਾਲੀਅਨ ਪੰਜਾਬ ਵਿੱਚ ਆਉਣੀਆਂ, ਸ਼ਾਹ ਦਾ ਵੱਲੋਂ ਬਿਆਨ ਦੇਣੇ, ਇਹ ਸਾਰੀ ਇੱਕ ਵੱਡੀ ਸਾਜ਼ਿਸ਼ ਸੀ। ਫਿਰ ਇੱਕ ਮਹੀਨਾ ਅੰਮ੍ਰਿਤਪਾਲ ਦਾ ਉਹ ਸਾਰਾ ਡਰਾਮਾ ਕਰਦੇ ਰਹਿਣਾ, ਉੱਥੇ ਗਿਆ, ਆਹ ਫੜ ਲਿਆ, ਕਰ ਲਿਆ। ਇਹ ਸ਼ਿਵ ਦਹਿਸ਼ਤ ਪਾਈ ਜਾ ਰਹੀ ਸੀ। ਕੋਈ ਅੰਮ੍ਰਿਤਪਾਲ ਨੂੰ ਤਾਂ ਘਰੋਂ ਰੋਜ਼ ਨਿਕਲਦਾ ਸੀ, ਸਵੇਰੇ 8 ਵਜੇ 9 ਵਜੇ ਆਪਣੇ ਪ੍ਰਚਾਰ ਵਾਸਤੇ ਨਿਕਲਦੇ ਸੀ, ਉਹਨੂੰ ਘਰੋਂ ਫੜਿਆ ਜਾ ਸਕਦਾ ਸੀ। ਇਹ ਸਾਰਾ ਡਰਾਮਾ ਗੌਰਮੈਂਟ ਨੇ, ਏਜੰਸੀਆਂ ਨੇ ਰਲ ਕੇ ਕੀਤਾ ਤਾਂ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ। ਹੁਣ ਉਹਦੇ ਪਰ 57 ਤੋਂ ਵੱਧ ਕੋਈ ਕੇਸ ਨਹੀਂ ਸੀ ਬਣਦਾ। ਉਹਦੇ ਪਰ ਜਿਹੜਾ ਨਾਸਾ ਲਾਇਆ, ਦੂਜਾ ਹਾਂਜੀ NSA ਲਾਇਆ ਹੈ, ਇਹ ਉਹਨੇ ਕੋਈ ਬਗਾਵਤ ਨਹੀਂ ਕੀਤੀ, ਕੋਈ ਦੇਸ਼ ਧਰੋਹ ਨਹੀਂ ਕੀਤਾ। ਇਹ ਤਾਂ ਵੱਡੇ ਜ਼ੁਲਮ ਵਾਲੇ ਕੇਸ ਹੈ। ਫਿਰ ਉਹਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦੇਣਾ, ਉਹਨਾਂ ਦੇ ਸਾਥੀਆਂ ਨੂੰ ਅਤੇ ਉਹਨਾਂ ਨੂੰ। ਇਹ ਸਾਰੀ ਜਾਤੀ ਦੀ ਪ੍ਰਤੱਖ ਨਿਸ਼ਾਨੀ ਹੈ। ਇਹ ਸਾਨੂੰ ਟਾਰਗੇਟ ਕਰਨ ਦੀ, ਸਿੱਖ ਕੌਮ ਨੂੰ, ਸਿੱਖਾਂ ਨੂੰ ਬਦਨਾਮ ਕਰਨ ਦੀ ਅਤੇ ਟਾਰਗੇਟ ਕਰਨ ਦੀ। ਇਹ ਤਾਂ ਸਾਰੇ ਸੰਸਾਰ ਨੂੰ ਹੁਣ ਜ਼ਾਹਰ ਹੋਣਾ ਚਾਹੀਦਾ ਵੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਦਾ ਕੋਈ ਕਸੂਰ ਹੀ ਨਹੀਂ ਹੈ, ਉਹਨਾਂ ਨੇ ਕੋਈ ਗੁਨਾਹ ਹੀ ਨਹੀਂ ਕੀਤਾ। ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਣਾ, ਉਹਨਾਂ 'ਤੇ ਇਹ ਅਜਿਹੇ ਜੁਰਮ ਲਾ ਦੇਣੇ, ਇਹ ਤਾਂ ਸਾਰੀ ਬੇਇਨਸਾਫੀ ਹੈ ਬਹੁਤ ਵੱਡੀ। ਇਹ ਸਾਰੇ ਸੰਸਾਰ ਨੂੰ ਪਤਾ ਹੈ। ਪਰ ਇਹਦੇ ਵਿੱਚ ਇਹ ਕਰਕੇ ਵੀ ਹੁਣ ਕੋਈ ਗੱਲ ਨਹੀਂ, ਉਹ ਫੜ ਲਏ, ਮਤਲਬ ਤਾਂ ਉਹਨਾਂ ਫੜਨ 'ਤੇ ਬਦਨਾਮ ਕਰਨ ਦਾ ਸੀ ਨਾ। ਉਸ ਤੋਂ ਬਾਅਦ ਕੋਈ ਗੱਲ ਨਹੀਂ ਪੈਣਾ, ਹਾਹਾਕਾਰ ਮਾਰਤੀ, ਪੰਜਾਬ ਮਰ ਗਿਆ ਜੀ, ਪੰਜਾਬ ਉਹ ਹੋ ਗਿਆ, ਅੱਗ ਲੱਗ ਗਈ। ਕੋਈ ਅੱਗ ਨਹੀਂ ਸੀ ਲੱਗੀ, ਕੋਈ ਕੁਛ ਨਹੀਂ ਸੀ ਹੋਇਆ ਇੱਥੇ। ਸਿਰਫ ਇਹਨਾਂ ਦਾ ਸਭ ਮੀਡੀਆ 'ਤੇ ਪ੍ਰਚਾਰ ਕਰਕੇ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਨੂੰ ਬਦਨਾਮ ਕਰਨ ਦਾ ਇੱਕ ਨਿਸ਼ਾਨਾ ਸੀ। ਉਹਦੇ 'ਚ ਸਫਲ ਹੋਏ ਆ। ਨੁਕਸਾਨ ਤਾਂ ਸਾਡਾ ਹੋਇਆ, ਪਰ ਉਹ 'ਚ ਸਫਲ ਹੋਏ ਆ। ਮੇਰਾ ਲਾਸਟ ਵਿੱਚ ਸਾਰੀ ਸਿੱਖ ਕੌਮ ਨੂੰ, ਸਾਰੇ ਪੰਜਾਬੀਆਂ ਨੂੰ, ਸਾਰੇ ਹਿੰਦੂ ਮੁਸਲਮਾਨ ਭੈਣ ਭਰਾਵਾਂ ਨੂੰ, ਸਾਰਿਆਂ ਨੂੰ ਇਹ ਅਪੀਲ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ
ਹੱਕ ਸੱਚ ਦੀ ਲੜਾਈ ਲੜ ਰਹੇ ਨੇ, ਆਪਣੀ ਸਿੱਖ ਕੌਮ ਦੀ ਆਜ਼ਾਦੀ ਦੀ ਜਮਹੂਰੀਅਤ ਤਰੀਕੇ ਨਾਲ ਲੜ ਰਹੇ ਨੇ, ਅਮਨਮਈ ਤਰੀਕੇ ਤੇ ਜਮਹੂਰੀਅਤ ਕਦਰਾਂ ਕੀਮਤਾਂ ਲੜ ਰਹੇ ਨੇ। ਉਹਨਾਂ ਨੂੰ ਸਾਥ ਦਿਓ। ਜੋ ਘੱਟ ਗਿਣਤੀਆਂ ਦਾ ਜ਼ਬਰ ਜ਼ੁਲਮ ਹੋ ਰਿਹਾ, ਮੁਸਲਮਾਨਾਂ 'ਤੇ ਹੋ ਰਿਹਾ, ਈਸਾਈਆਂ 'ਤੇ ਹੋ ਰਿਹਾ, ਸਿੱਖਾਂ 'ਤੇ ਹੋ ਰਿਹਾ, ਕਬੀਲਿਆਂ 'ਤੇ ਹੋ ਰਿਹਾ, ਜਿਹੜੇ ਜੰਗਲਾਂ 'ਚ ਰਹਿ ਰਹੇ ਨੇ, ਉਹ ਸਾਰੇ ਤਾਂ ਬਚਣਗੇ ਜੇ ਤੁਸੀਂ ਸਾਧ ਸਿਮਰਜੀਤ ਸਿੰਘ ਮਾਨ ਦੀ ਸੋਚ ਨੂੰ ਸਮਰਥਨ ਕਰੋਗੇ ਜਾਂ ਉਹਨਾਂ ਨੂੰ ਤਗੜਾ ਕਰੋਗੇ, ਉਹਨਾਂ ਦੀ ਪਾਰਟੀ ਨੂੰ ਅੱਗੇ ਲਿਆਓਗੇ। ਇਹ ਤਾਂ ਜਾ ਕੇ ਇਹ ਸਾਰਾ ਕੁਝ ਦਬ ਹੋਊਗਾ। ਹੋਰ ਕੋਈ ਲੀਡਰ ਇਹੋ ਜਿਹਾ ਹੈ ਨਹੀਂ ਪੰਜਾਬ ਵਿੱਚ ਜਿਹੜਾ ਇਹਨਾਂ ਗੱਲਾਂ ਨੂੰ ਖਤਮ ਕਰ ਸਕੇ। ਉਹਨਾਂ ਕੋਲ ਇੱਕ ਵਿਜ਼ਨ ਹੈ, ਉਹਨਾਂ ਕੋਲ ਇੱਕ ਦ੍ਰਿੜ ਇਰਾਦਾ ਹੈ, ਉਹ ਇਸ ਗੱਲ ਨੂੰ ਖਤਮ ਕਰ ਸਕਦੇ ਨੇ। ਸਾਰੇ ਇੰਡੀਆ ਦੀ ਅਗਵਾਈ ਕਰ ਸਕਦੇ ਨੇ ਚੰਗੀਆਂ ਗੱਲਾਂ ਵਾਸਤੇ, ਇਨਸਾਨੀਅਤ ਬਾਕੀ ਗੱਲਾਂ ਵਾਸਤੇ। ਇਸ ਲਈ ਬੇਨਤੀ ਹੈ ਵੀ ਸਾਰੇ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਨੂੰ ਸਹਿਯੋਗ ਕਰੋ ਤਾਂ ਕਿ ਆਉਣ ਵਾਲੇ ਸਮੇਂ ਜਿੱਥੇ ਜਮਹੂਰੀਅਤ ਅਮਨ ਚੈਨ ਕਾਇਮ ਕੀਤਾ ਜਾ ਸਕੇ ਅਤੇ ਇਨਸਾਨੀਅਤ ਲਈ ਬਿਹਤਰੀ ਦੇ ਕੰਮ ਕੀਤੇ ਜਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਵਾਣਾ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਉਸ ਸਮੇਂ ਦੀ ਸਰਕਾਰ ਵੱਲੋਂ ਜਦੋਂ ਕਿ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ ਸੀ, ਬਲੂ ਸਟਾਰ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਉਹ ਕਤਲੇਆਮ ਅੱਜ ਵੀ ਸਿੱਖਾਂ ਦੇ ਰੌਂਗਟੇ ਖੜੇ ਕਰ ਦਿੰਦਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਏਜੰਸੀਆਂ ਦੇ ਸਮੇਂ ਦੀਆਂ ਸਰਕਾਰਾਂ ਵੱਲੋਂ ਜਿੱਥੇ ਕਿ ਘੱਟ ਗਿਣਤੀਆਂ ਨੂੰ ਖਤਮ ਕਰਨ ਦੇ ਲਈ ਉਹਨਾਂ ਦੇ ਪਹਿਲਾਂ ਵਿਰਸੇ, ਵਿਰਾਸਤ ਅਤੇ ਸੱਭਿਆਚਾਰ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸ ਦਾ ਜੋ ਕਿ ਬਹੁਤ ਨਿੰਦਣਯੋਗ ਹੈ। ਇੱਥੇ ਹੀ ਸਾਰਿਆਂ ਨੂੰ ਇਕਜੁੱਟ ਹੋਣਾ ਪਏਗਾ ਤਾਂ ਹੀ ਅਜਿਹੇ ਕਤਲੇਆਮ ਜਾਂ ਕਿ ਜਿਹੜੇ ਕਿ ਸਿੱਖਾਂ ਨਾਲ ਜਾਂ ਹੋਰ ਘੱਟ ਗਿਣਤੀਆਂ ਦੇ ਧੱਕੇ ਹੋ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇਗਾ। ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ।